ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ, ਪੰਜਾਬ ਦੇ ਆਮ ਲੋਕਾਂ ਦੇ ਨਾਲ ਜੁੜੀ ਇੱਕ ਅਹਿਮ ਖਬਰ। ਐਸਟੀਐਫ ਰਿਪੋਰਟ ਦੇ ਉੱਪਰ ਕੱਲ ਹਾਈ ਕੋਰਟ ਦੇ ਵੱਲੋਂ ਆਪਣਾ ਰੁਖ ਸਾਫ਼ ਕੀਤਾ ਗਿਆ। ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਹੈ। ਸਾਫ਼ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਸੱਚ ਬੋਲਦਾ ਸੀ ਤੇ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਲੋਕਾਂ ਦਾ ਸਾਹਮਣਾ ਕਰਨਾ ਔਖਾ ਹੋ ਜਾਏਗਾ। ਕਿਸ ਤਰੀਕੇ ਦੇ ਨਾਲ ਹੁਣ ਲੋਕਾਂ ਦਾ ਸਾਹਮਣਾ ਕੀਤਾ ਜਾਊਗਾ, ਵੱਡੀ ਮੁਸੀਬਤ ਜਿਹੜੀ ਆ ਹਾਈ ਕੋਰਟ ਦੇ ਵੱਲੋਂ ਖੜੀ ਕਰ ਦਿੱਤੀ ਗਈ ਐਸਟੀਐਫ ਰਿਪੋਰਟ ਨੂੰ ਲੈ ਕੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਜਿਹੜੇ ਆ ਚੰਨੀ ਤੇ ਰੰਧਾਵਾ ਲਈ ਹੋਰ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਸਕਦੇ ਨੇ। ਕੀ ਕੁਝ ਫੈਸਲਾ ਜਾਂ ਕੀ ਕੁਝ ਆਖਿਆ ਗਿਆ ਹਾਈ ਕੋਰਟ ਦੇ ਵੱਲੋਂ ਐਸਟੀਐਫ ਰਿਪੋਰਟ ਦੇ ਉੱਪਰ, ਕੀ ਝਾੜ ਪਾਈ ਗਈ ਹੈ ਚੰਨੀ ਸਰਕਾਰ ਨੂੰ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਨਾਲ ਦੀ ਨਾਲ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੌਰੇ ਤੇ ਆ ਚੁੱਕੇ ਨੇ ਤੇ ਉਹ ਕੀ ਕੁਝ ਗੱਲਬਾਤ ਅੱਜ ਕਰਨ ਜਾ ਰਹੇ ਨੇ। ਕਿ ਅੱਜ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਊਗਾ ਜਾਂ ਫਿਰ ਨਹੀਂ ਕੀਤਾ ਜਾਊਗਾ, ਜੇ ਕੀਤਾ ਜਾਊਗਾ ਤਾਂ ਕਿਸ ਨੂੰ ਕੀਤਾ ਜਾਊਗਾ, ਇਸ ਤੇ ਗੱਲਬਾਤ ਕਰਾਂਗੇ। ਅਸਾਰ ਥੋੜੇ ਜਿਹੇ ਜ਼ਿਆਦਾ ਲੱਗ ਰਹੇ ਨੇ ਕਿਉਂਕਿ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਜਿਸ ਤਰੀਕੇ ਦੇ ਖੁਲਾਸੇ ਕਰ ਦਿੱਤੇ, ਸ਼ਾਇਦ ਕੇਜਰੀਵਾਲ ਨੂੰ ਲੱਗਦਾ ਹੋਊਗਾ ਕਿ ਹੁਣ ਐਲਾਨ ਕਰ ਹੀ ਦੇਣਾ ਚਾਹੀਦਾ। ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮੇਂਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ, ਜਿਹੜੀ ਐਸਟੀਐਫ ਰਿਪੋਰਟ ਹੈ ਡਾਕਟਰ ਸਾਹਿਬ, ਉਹਦੇ ਉੱਪਰ ਕੱਲ ਸੁਣਵਾਈ ਹੋਈ ਤੇ ਹਾਈ ਕੋਰਟ ਦੇ ਵੱਲੋਂ ਝਾੜ ਪਾਈ ਗਈ ਹੈ ਚੰਨੀ ਸਰਕਾਰ ਨੂੰ। ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਕਿ ਭਾਈ ਤੁਸੀਂ ਐਸਟੀਐਫ ਰਿਪੋਰਟ ਤੇ ਕਾਰਵਾਈ ਕਰਦੇ ਕਿਉਂ ਨਹੀਂ, ਐਸਟੀਐਫ ਰਿਪੋਰਟ ਤੁਸੀਂ ਖੋਲਦੇ ਕਿਉਂ ਨਹੀਂ। ਸਰਕਾਰ ਦੇ ਕੋਲੇ ਇੱਕ ਕਾਪੀ ਰਿਪੋਰਟ ਦੀ ਹੈਗੀ ਹੈ ਤੇ ਉਹ ਖੋਲ ਦੇਣੀ ਚਾਹੀਦੀ ਹੈ, ਜਦ ਕਿ ਹਾਈ ਕੋਰਟ ਨੇ ਨਾ ਤਾਂ ਕਾਰਵਾਈ ਕਰਨ ਤੋਂ ਰੋਕਿਆ, ਨਾ ਹੀ ਜਿਹੜਾ ਹੈਗਾ ਉਹਨਾਂ ਨੇ ਰਿਪੋਰਟ ਖੋਲਣ ਤੋਂ ਰੋਕਿਆ। ਤਾਂ ਉਧਰ ਜਿਸ ਆਗੂ ਦਾ ਨਾਮ ਦੱਸਿਆ ਜਾ ਰਿਹਾ ਇਸ ਰਿਪੋਰਟ ਦੇ ਵਿੱਚ, ਉਹ ਆਗੂ ਕਹਿ ਰਿਹਾ ਕਿ ਮੇਰਾ ਨਾਮ ਹੈ ਨਹੀਂ, ਜੇ ਨਹੀਂ ਯਕੀਨ ਤਾਂ ਫਿਰ ਸਰਕਾਰ ਖੋਲ ਲਵੇ ਰਿਪੋਰਟ। ਉਹ ਵੀ ਚੈਲੰਜ ਕਰ ਰਿਹਾ ਜਿਹਦੇ ਤੇ ਇਲਜ਼ਾਮ ਲੱਗ ਰਹੇ ਨੇ, ਤੇ ਜਿਹੜਾ ਇਲਜ਼ਾਮ ਲਾਉਣ ਵਾਲਾ ਉਹ ਵੀ ਕਹਿ ਰਿਹਾ ਕਿ ਭਾਈ ਤੁਸੀਂ ਰਿਪੋਰਟ ਖੋਲੋ। ਪਰ ਸਰਕਾਰ ਜਿਹੜੀ ਰਿਪੋਰਟ ਖੋਲ ਨਹੀਂ ਰਹੀ, ਉਹ ਜਿਹੜੇ ਸਾਰੀ ਦੀ ਸਾਰੀ ਗੱਲ ਜਾਂ ਆਪਾਂ ਗੇਂਦ ਕਹਿ ਲਈਏ ਹਾਈ ਕੋਰਟ ਦੇ ਪਾਲੇ ਦੇ ਵਿੱਚ ਸਿੱਟੀ ਜਾਂਦੀ ਹੈ ਕਿ ਭਾਈ ਉਧਰੋਂ ਜਦੋਂ ਖੁੱਲੂ ਫਿਰ ਖੋਲਾਂਗੇ। ਤੇ ਹਾਈ ਕੋਰਟ ਨੇ ਹੁਣ ਇਸ ਮਾਮਲੇ ਤੇ ਚੰਨੀ ਸਰਕਾਰ ਨੂੰ ਸਖਤ ਝਾੜ ਪਾਈ ਹੈ ਡਾਕਟਰ ਸਾਹਿਬ। ਉਹ ਕਹਿੰਦੇ ਆ ਕਿ ਭਾਈ ਅਸੀਂ ਤੁਹਾਨੂੰ ਰੋਕਿਆ ਕਦੋਂ ਆ ਰਿਪੋਰਟ ਖੋਲਣ ਤੋਂ, ਅਸੀਂ ਤੁਹਾਨੂੰ ਰੋਕਿਆ ਕਦੋਂ ਆ ਇਸ ਰਿਪੋਰਟ ਦੇ ਉੱਪਰ ਕਾਰਵਾਈ ਕਰਨ ਤੋਂ। ਤੁਸੀਂ ਤਾਂ ਖੁਦ ਬਖੁਦ ਪਤਾ ਨਹੀਂ ਤੁਹਾਡੀ ਨਲਾਇਕੀ ਕਿਹੋ ਜਿਹੀ ਹੈ, ਤੁਹਾਡੇ ਅਫਸਰਾਂ ਦੀ ਨਲਾਇਕੀ ਹੈ, ਤੁਹਾਡੀ ਸਰਕਾਰ ਦੀ ਨਲਾਇਕੀ ਹੈ, ਜਾਂ ਨਾ ਤਾਂ ਇਸ ਤੇ ਕੋਈ ਕਾਰਵਾਈ ਹੋਈ ਹੈ ਨਾ ਇਸ ਨੂੰ ਖੋਲਦੇ, ਜਦ ਕਿ ਤੁਹਾਡੇ ਕੋਲੇ ਵੀ ਚੰਨੀ ਸਰਕਾਰ ਦੇ ਕੋਲੇ ਵੀ ਇੱਕ ਰਿਪੋਰਟ ਹੈਗੀ, ਤੁਸੀਂ ਖੋਲ ਕੇ ਕਾਰਵਾਈ ਕਰੋ। ਅਸੀਂ ਤੁਹਾਨੂੰ ਕਦੋਂ ਰੋਕਿਆ? ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਪਰਦਾ ਫਾਸ਼ ਹੋ ਗਿਆ, ਸਾਫ਼ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਸੱਚ ਬੋਲਦਾ ਸੀ, ਤੇ ਜੇ ਹਾਈ ਕੋਰਟ ਨੇ ਰੋਕਿਆ ਨਹੀਂ ਕਾਰਵਾਈ ਤੋਂ ਵੀ ਨਹੀਂ ਤੇ ਰਿਪੋਰਟ ਖੋਲਣ ਤੋਂ ਵੀ ਨਹੀਂ, ਤੇ ਫਿਰ ਸਰਕਾਰਾਂ ਖੋਲਦੀਆਂ ਕਿਉਂ ਨਹੀਂ? ਮਜਬੂਰੀ ਕੀ ਹੈ? ਪਹਿਲਾਂ ਤਾਂ ਇਹੀ ਲੋਕ ਜਿਹੜੇ ਆ ਚੰਨੀ ਤੇ ਰੰਧਾਵਾ ਹੋਣੀ ਇਲਜ਼ਾਮ ਲਗਾਉਂਦੇ ਸੀ ਕੈਪਟਨ ਤੇ, ਹੁਣ ਖੁਦ ਵੀ 70 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਖੁਦ ਕਿਉਂ ਨਹੀਂ ਖੋਲਦੇ? ਸੁਖਵਿੰਦਰ ਜੀ, ਪੰਜਾਬ ਦੇ ਵਿੱਚ 2017 ਤੋਂ ਬਾਅਦ ਦੋ ਮੁੱਦੇ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਭਖਦੇ ਰਹੇ ਹੈ। ਨੰਬਰ 1, ਬਰਗਾੜੀ ਕਾਂਡ ਨੂੰ ਲੈ ਕੇ ਆਪਾਂ ਨੂੰ ਵੀ ਪਤਾ ਕਿ ਉਹਦੇ ਉੱਤੇ ਹੁਣ ਤੱਕ ਸਿਆਸਤ ਹੋ ਰਹੀ ਹੈ ਔਰ ਲੱਗਦਾ ਹੈ ਕਿ ਅਗਲੇ 5-10 ਸਾਲ ਹੋਰ ਸਿਆਸਤ ਹੋਈ ਜਾਣੀ ਹੈ। ਸੋ ਦੂਜਾ ਮੁੱਦਾ ਸੀਗਾ ਨਸ਼ਿਆਂ ਦਾ ਮੁੱਦਾ, ਔਰ ਆਪਾਂ ਸਾਰੇ ਜਾਣਦੇ ਆ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿਆਂਗਾ, ਨਸ਼ਿਆਂ ਨੂੰ ਖਤਮ ਕਰ ਦਿਆਂਗਾ। ਸੋ ਅੱਜ ਤੱਕ ਆਪਾਂ ਸਾਰੇ ਜਾਣਦੇ ਆ ਕਿ ਨਸ਼ਿਆਂ ਨੇ ਤਾਂ ਕੀ ਖਤਮ ਹੋਣਾ ਸੀਗਾ, ਸਗੋਂ ਇਸ ਸਾਰੀ ਚੀਜ਼ ਨੂੰ ਲੈ ਕੇ ਜਿਹੜੀ 17 ਦੇ ਵਿੱਚ ਪਟੀਸ਼ਨ ਪਾਈ ਗਈ ਸੀਗੀ ਔਰ ਉਹਦੇ ਉੱਤੇ ਵੱਖ-ਵੱਖ ਸਿੱਟਾਂ ਬਣੀਆਂ, ਵੱਖ-ਵੱਖ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਨਕੁਆਇਰੀਜ਼ ਹੋਈਆਂ। ਸੋ ਉਸ ਨੂੰ ਲੈ ਕੇ ਵੀ ਸਰਕਾਰ ਜਿਹੜੀ ਹੈਗੀ ਹੈ, ਜਦੋਂ ਚਾਹੇ ਉਹ ਕੈਪਟਨ ਸਰਕਾਰ ਹੋਵੇ ਚਾਹੇ ਬਾਅਦ ਦੇ ਵਿੱਚ ਚੰਨੀ ਸਰਕਾਰ ਹੋਵੇ, ਲਗਭਗ ਉਸੇ ਤਰ੍ਹਾਂ ਦਾ ਰਵੱਈਆ ਹੀ ਅਪਣਾਇਆ ਜਾ ਰਿਹਾ ਹੈ ਜਿਵੇਂ ਕੈਪਟਨ ਸਾਹਿਬ ਦੇ ਰਾਹੀਂ, ਜਾਂ ਬਾਕੀ ਜਿਹੜੀਆਂ ਨੇ ਆਉਣ ਵਾਲੀਆਂ ਦਿਨਾਂ ਦੇ ਵਿੱਚ ਵੀ ਇਹੀ ਉਮੀਦ ਹੈ ਕਿ ਇਦਾਂ ਹੀ ਜਿਹੜੀ ਹੈਗੀ ਸਿਆਸਤ ਨੂੰ ਕੀਤਾ ਜਾਏਗਾ। ਸੋ ਕਹਿਣ ਦਾ ਮਤਲਬ ਹੈ ਕਿ ਜਿਹਨਾਂ ਨੇ ਪਟੀਸ਼ਨ ਪਾਈ ਸੀ ਉਹ ਵੀ ਵਿਚਾਰੇ ਉਹ ਵੀ ਰੌਲਾ ਪਾ ਰਹੇ ਨੇ, ਉਹਨਾਂ ਦੇ ਵਕੀਲ ਸਾਹਿਬ, ਕਿ ਭਾਈ ਦੱਸੋ ਸਰਕਾਰ ਕਿਉਂ ਨਹੀਂ ਖੋਲ ਰਹੀ। ਇਸੇ ਤਰ੍ਹਾਂ ਹਾਈ ਕੋਰਟ ਝਾੜ ਪਾ ਰਹੀ ਹੈ ਸਰਕਾਰ ਨੂੰ, ਜਿਵੇਂ ਤੁਸੀਂ ਡਿਟੇਲ ਦੇ ਵਿੱਚ ਦੱਸਿਆ ਕਿ ਹਾਈ ਕੋਰਟ ਨੂੰ ਤਾਂ ਬਾਰ-ਬਾਰ ਕਹਿ ਰਹੀ ਹੈ ਕਿ ਤੁਸੀਂ ਭਾਈ ਖੋਲੋ, ਸਾਡਾ ਇਹਦੇ ਵਿੱਚ ਦੱਸੋ ਸਾਡਾ ਕੀ ਰੋਲ ਹੈ। ਸੋ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਮਜੀਠੀਆ ਸਾਹਿਬ ਜਾਂ ਅਕਾਲੀ ਦਲ ਨੇ ਇੱਕ ਆਪਣਾ ਜਿਹੜਾ ਸੀਗਾ ਵਕੀਲ ਖੜਾ ਕਰਤਾ ਚੀਮਾ ਸਾਹਿਬ ਨੂੰ ਕਿ ਦੇਖੋ ਜੀ, ਸਾਨੂੰ ਦੱਸਿਆ ਜਾਏ ਕਿ ਸਾਨੂੰ
ਗੁਨਾਹਗਾਰ ਕਿਉਂ ਸਾਬਤ ਕੀਤਾ ਜਾ ਰਿਹਾ ਹੈ, ਯਾਨੀ ਕਿ ਉਹਨਾਂ ਨੇ ਇੱਕ ਆਪਣੇ ਵੱਖਰੀ ਤੌਰ ਤੇ ਜਿਹੜਾ ਹੈਗਾ ਡਫਲੀ ਵਰਤੀ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਸੋ ਕੁੱਲ ਮਿਲਾ ਕੇ ਇਹਦੇ ਉੱਤੇ ਸਿਆਸਤ ਹੋ ਰਹੀ ਹੈ, ਔਰ ਸਿਆਸਤ ਵੀ ਇਸ ਤਰ੍ਹਾਂ ਦੀ ਕਿ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਦੋਂ ਲੋਕ, ਆਪਾਂ ਨੂੰ ਪਤਾ ਹੈ ਕਿ ਅੱਜ ਮੀਡੀਆ ਦਾ ਜ਼ਮਾਨਾ ਹੈ, ਔਰ ਸੋਸ਼ਲ ਮੀਡੀਆ ਦਾ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦਾ ਜੋ ਰੋਲ ਹੈ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋ ਰਹੀਆਂ ਨੇ, ਔਰ ਸ਼ਰੇਆਮ ਇਹ ਪਤਾ ਲੱਗ ਰਿਹਾ ਹੈ ਕਿ ਸਰਕਾਰਾਂ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਨੇ, ਚਾਹੇ ਕੈਪਟਨ ਸਰਕਾਰ ਹੋਵੇ, ਚਾਹੇ ਹੁਣ ਜਿਹੜੀ ਹੈਗੀ ਚੰਨੀ ਸਾਹਿਬ ਦੀ ਸਰਕਾਰ ਹੋਵੇ। ਲਗਾਤਾਰ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਥੋਪੇ ਜਾ ਰਹੇ ਨੇ, ਔਰ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਤਾਂ ਬਿਲਕੁਲ ਕੋਈ ਸਾਡਾ ਗੁਨਾਹ ਨਹੀਂ ਹੈ, ਅਸੀਂ ਤਾਂ ਬਿਲਕੁਲ ਦੁੱਧ ਧੋਤੇ ਹਾਂ। ਔਰ ਇਸੇ ਤਰ੍ਹਾਂ ਮਜੀਠੀਆ ਸਾਹਿਬ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਮੇਰਾ ਨਾਂ ਜਿਹੜਾ ਹੈਗਾ ਆ ਹੀ ਨਹੀਂ ਸਕਦਾ, ਜਿਵੇਂ ਤੁਸੀਂ ਵੀ ਦੱਸਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਦੂਜੇ ਦੇ ਉੱਤੇ ਦੋਸ਼ ਸੁੱਟ ਕੇ ਇਹ ਤਾਂ ਹੋ ਨਹੀਂ ਸਕਦਾ ਕਿ ਨਸ਼ੇ ਜਿਹੜੇ ਨੇ ਉਹ ਕੋਈ ਅਸਮਾਨ ਚੋਂ ਗਿਰਦੇ ਆ ਜਾਂ ਅਸਮਾਨ ਚੋਂ ਆ ਰਹੇ ਨੇ। ਕੋਈ ਨਾ ਕੋਈ ਉਹਦੇ ਵਿੱਚ ਜਦੋਂ ਨਸ਼ਾ ਆਉਂਦਾ ਹੈ ਤਾਂ ਉਹਦੇ ਵਿੱਚ ਤਿੰਨ ਵੱਡੇ ਪੱਧਰਾਂ ਦੇ ਉੱਤੇ ਹਿੱਸੇਦਾਰੀ ਹੁੰਦੀ ਹੈ। ਸੁਖਵਿੰਦਰ ਜੀ, ਪਹਿਲੀ ਹੈ ਕਿ ਨਸ਼ੇ ਦੇ ਜਿਹੜੇ ਵਪਾਰੀ ਨੇ ਉਹ ਜਿਹੜਾ ਸਰ ਇਹਦੇ ਵਿੱਚ ਸਾਂਝੀਦਾਰ ਹੁੰਦੇ ਨੇ। ਦੂਜਾ ਹੈ ਕਿ ਜਿਹੜੀ ਉਸ ਵੇਲੇ ਦੀ ਜਿਹੜੀ ਅਫਸਰਸ਼ਾਹੀ ਹੁੰਦੀ ਹੈ ਉਸ ਸਥਾਨ ਦੀ ਔਰ ਸਮੇਂ ਦੀ, ਉਹ ਇਹਦੇ ਵਿੱਚ ਗੁਨਾਹਗਾਰ ਹੁੰਦੀ ਹੈ। ਤੀਜੇ ਨੰਬਰ ਦੇ ਉੱਤੇ ਆਉਂਦੇ ਨੇ ਸਾਡੇ ਜਿਹੜੇ ਪੋਲੀਟੀਕਲ ਨੁਮਾਇੰਦੇ ਨੇ, ਉਹ ਵੀ ਇਹਦੇ ਵਿੱਚ ਹਿੱਸੇਦਾਰ ਹੁੰਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਤਿੰਨ ਤਰ੍ਹਾਂ ਦਾ ਨੈਕਸਸ ਜਿਹੜਾ ਹੁੰਦਾ ਹੈ, ਸਬੰਧ ਜਿਹੜਾ ਹੁੰਦਾ ਹੈ, ਉਹਦੇ ਕਰਕੇ ਨਸ਼ੇ ਜਿਹੜੇ ਨੇ ਜੇ ਆਉਂਦੇ ਆ, ਉਹਨਾਂ ਦੀ ਆਮਦ ਹੁੰਦੀ ਹੈ। ਡਾਕਟਰ, ਜੇਕਰ ਐਸਟੀਐਫ ਰਿਪੋਰਟ ਦੀ ਹੋਈ ਆਪਾਂ ਗੱਲ ਕਰੀਏ ਤਾਂ ਫਿਰ ਐਸਟੀਐਫ ਰਿਪੋਰਟ ਤੇ ਲਗਾਤਾਰ ਸਿਆਸਤ ਕੀਤੀ ਗਈ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨਸ਼ੇ ਨੂੰ ਲੈ ਕੇ, ਜਿਵੇਂ ਤੁਸੀਂ ਦੱਸਿਆ ਕਿ ਬੜੇ ਵੱਡੇ ਪੱਧਰ ਤੇ ਸਿਆਸਤ ਕੀਤੀ ਗਈ, ਇਹ ਮੁੱਦਾ ਬੜਾ ਅਹਿਮ ਬਣਾਇਆ ਗਿਆ। ਉਸ ਤੋਂ ਬਾਅਦ ਇੱਕ ਏਡੀਜੀਪੀ ਲੈਵਲ ਦੇ ਅਧਿਕਾਰੀ ਨੂੰ ਬਾਹਰਲੇ ਸੂਬੇ ਤੋਂ ਲਿਆ ਕੇ ਇੱਥੇ ਉਹਨੂੰ ਜਾਂਚ ਸੌਂਪ ਦਿੱਤੀ ਗਈ ਕਿ ਬੜਾ ਇਮਾਨਦਾਰ ਅਫਸਰ ਹੈ। ਫਿਰ ਜਦੋਂ ਉਹਨੇ ਜਬਦੀ ਜਾਂਚ ਜਿਹੜੀ ਕੀਤੀ ਤਾਂ ਉਹਦੀ ਰਿਪੋਰਟ ਜਦੋਂ ਸੌਂਪੀ ਤਾਂ ਹਾਲੇ ਤੱਕ ਉਹ ਰਿਪੋਰਟ ਤੇ ਕਾਰਵਾਈ ਤਾਂ ਕੀ ਹੋਣੀ ਸੀ, ਤੁਸੀਂ ਰਿਪੋਰਟ ਹਾਲੇ ਤੱਕ ਖੋਲੀ ਤੱਕ ਨਹੀਂ। ਤਾਂ ਲਗਾਤਾਰ ਤੁਹਾਡੇ ਪ੍ਰਧਾਨ ਜਿਹੜੇ ਹੁਣ ਮੌਜੂਦਾ ਨੇ, ਪਹਿਲਾਂ ਤਾਂ ਚਲੋ ਤੁਹਾਡੇ ਮੰਤਰੀ ਸੀ ਜਾਂ ਐਮਐਲਏ ਸੀ, ਉਹ ਲਗਾਤਾਰ ਇਹੀ ਗੱਲ ਕਹਿੰਦੇ ਰਹੇ ਕਿ ਖੋਲੀ ਕਿਉਂ ਨਹੀਂ। ਜਦ ਕਿ ਚੰਨੀ ਤੇ ਰੰਧਾਵਾ ਜਦੋਂ ਖੁਦ ਮੰਤਰੀ ਹੁੰਦੇ ਸੀਗੇ ਉਦੋਂ ਇਹ ਗੱਲ ਕਹਿੰਦੇ ਰਹੇ ਆ ਕਿ ਭਾਈ ਰਿਪੋਰਟ ਕਿਉਂ ਨਹੀਂ ਖੋਲੀ, ਕੀ ਮਜਬੂਰੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿ ਉਹ ਕਾਰਵਾਈ ਨਹੀਂ ਇਸ ਤੇ ਕਰ ਰਹੇ। ਹੁਣ ਤਾਂ ਖੁਦ ਹੀ ਸਰਕਾਰ ਬਣੀ ਨੂੰ ਵੀ 70 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ। ਡਾਕਟਰ ਸਾਹਿਬ, ਜੇ ਹਾਈ ਕੋਰਟ ਨੇ ਰੋਕਿਆ ਨਹੀਂ, ਨਾ ਤਾਂ ਕਾਰਵਾਈ ਕਰਨ ਤੋਂ, ਨਾ ਤਾਂ ਰਿਪੋਰਟ ਖੋਲਣ ਤੋਂ, ਤੇ ਉਧਰੋਂ ਤੁਹਾਡਾ ਪ੍ਰਧਾਨ ਕਹਿ ਰਿਹਾ ਜੇ ਤੁਸੀਂ ਨਹੀਂ ਖੋਲ ਸਕਦੇ ਰਿਪੋਰਟ, ਮੈਨੂੰ ਤੋਂ ਇਹਦੋਂ ਮੈਂ ਖੋਲ ਦਿਆਂਗਾ, ਤਾਂ ਫਿਰ ਚੰਨੀ ਤੇ ਰੰਧਾਵਾ ਲਈ ਮੁਸ਼ਕਲਾਤਾਂ ਨੇ। ਚੰਨੀ ਤੇ ਰੰਧਾਵਾ ਦੀ ਮਜਬੂਰੀ ਕੀ ਹੈ ਕਿ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਦੇ ਲਈ ਤੇ ਖੁਦ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਜਾਂ ਵੱਡੇ ਪੱਧਰ ਦੇ ਲੀਡਰ ਬਣਨ ਦੇ ਲਈ ਰੰਧਾਵਾ, ਚੰਨੀ ਤੇ ਬਾਕੀ ਜਿਹੜੇ ਮੰਤਰੀਆਂ ਦੇ ਵੱਲੋਂ ਜਿਹੜਾ ਹੈਗਾ ਸਿਰਫ ਸਿਆਸਤ ਕੀਤੀ ਗਈ ਸੀ ਇਸ ਮੁੱਦੇ ਤੇ ਲੈ ਕੇ। ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਲਈ ਘੇਰਿਆ ਗਿਆ ਸੀਗਾ ਕਿ ਇਹਨੂੰ ਪਾਸੇ ਕਰ ਦਈਏ ਤੇ ਅਸੀਂ ਅੱਗੇ ਆ ਜਾਈਏ। ਫਿਰ ਗੱਲ ਕੀ ਹੈ, ਜੇ ਹਾਈ ਕੋਰਟ ਵੀ ਕਹਿੰਦੀ ਹੈ ਕਿ ਅਸੀਂ ਰੋਕਿਆ ਨਹੀਂ ਤਾਂ ਫਿਰ ਕਾਰਵਾਈ ਕਰਦੇ ਕਿਉਂ ਨਹੀਂ? ਬਿਲਕੁਲ ਇਹੀ ਸਵਾਲ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੁੱਛੇ ਸੀਗੇ ਇਸ ਵੇਲੇ ਦੇ ਜਿਹੜੇ ਚੰਨੀ ਸਰਕਾਰ ਤੋਂ, ਜਾਂ ਆਪਾਂ ਕਹਿ ਸਕਦੇ ਗ੍ਰਹਿ ਮੰਤਰੀ ਤੋਂ ਵੀ ਇਹ ਗੱਲ ਪੁੱਛੀ ਗਈ ਜਾਣੀ ਚਾਹੀਦੀ ਸੀਗੀ, ਔਰ ਪੁੱਛੀ ਵੀ ਗਈ ਹੈ। ਕੈਪਟਨ ਸਾਹਿਬ ਨੇ ਵੀ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਸੀਗੇ ਕਿ ਹੁਣ ਤੁਹਾਡੇ ਕੋਲੇ ਸੱਤਾ ਹੈ, ਹੁਣ ਤੁਹਾਡੇ ਕੋਲੇ ਗ੍ਰਹਿ ਮੰਤਰੀਸ਼ਿਪ ਹੈ। ਰੰਧਾਵਾ ਸਾਹਿਬ ਨੂੰ ਉਹਨਾਂ ਨੇ ਪੁੱਛਿਆ ਸੀਗਾ, ਇਸ ਤਰ੍ਹਾਂ ਚੰਨੀ ਸਾਹਿਬ ਨੂੰ ਕਿਹਾ ਸੀਗਾ ਕਿ ਹੁਣ ਕਿਉਂ ਨਹੀਂ ਕਾਰਵਾਈਆਂ ਕਰਦੇ, ਚਾਹੇ ਬਰਗਾੜੀ ਕਾਂਡ ਹੋਵੇ, ਚਾਹੇ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮਸਲੇ ਹੋਣ। ਸੋ ਕਹਿਣ ਦਾ ਮਤਲਬ ਹੈ ਕਿ ਇਹੀ ਸਵਾਲ ਨਵਜੋਤ ਸਿੰਘ ਸਿੱਧੂ, ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਲਗਾਤਾਰ ਕਰਦੇ ਆ ਰਹੇ ਨੇ ਕਿ ਤੁਹਾਨੂੰ ਜਲਦੀ ਤੋਂ ਜਲਦੀ ਇਸ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਹੈ। ਘੱਟੋ ਘੱਟ 4-5 ਪ੍ਰੋਗਰਾਮ ਤਾਂ ਸੁਖਵਿੰਦਰ ਜੀ ਤੁਹਾਨੂੰ ਯਾਦ ਹੋਏਗਾ ਕਿ ਆਪਾਂ ਹੀ ਇਸ ਮੁੱਦੇ ਦੇ ਉੱਤੇ ਕਰ ਚੁੱਕੇ ਹਾਂ। ਹਰ ਵਾਰੀ ਜਦੋਂ ਜਿੱਦਣ ਪੇਸ਼ੀ ਹੁੰਦੀ ਹੈ ਉਸੇ ਦਿਨ ਹੀ ਆਪਾਂ ਪ੍ਰੋਗਰਾਮ ਕਰਦੇ ਰਹੇ ਹਾਂ। ਸੋ ਆਪਾਂ ਨੂੰ ਵੀ, ਆਪਾਂ ਉਦੋਂ ਸ਼ੁਰੂ 'ਚ ਹੀ ਦੱਸਤਾ ਸੀਗਾ ਕਿ ਭਾਈ ਇਹ ਤਾਂ ਲਗਾਤਾਰ ਪੇਸ਼ੀ ਤੇ ਪੇਸ਼ੀ ਪਏਗੀ ਔਰ ਪੇਸ਼ੀ ਤੋਂ ਨਿਕਲਣਾ ਜਿਹੜਾ ਹੈਗਾ ਕੁਝ ਨਹੀਂ ਹੈ। ਸੋ ਇਹੀ ਹੈ ਹੁਣ ਇਸ ਵੇਲੇ ਸਮਾਂ ਟਾਈਮ ਜਿਹੜਾ ਹੈਗਾ ਟਪਾਇਆ ਜਾ ਰਿਹਾ ਹੈ। ਚੰਨੀ ਸਾਹਿਬ ਨੂੰ ਲੱਗਦਾ ਹੈ ਕਿ ਜਿਹੜਾ 10-15 ਦਿਨ ਰਹਿ ਗਏ ਉਹ ਕਿਵੇਂ ਨਾ ਕਿਵੇਂ ਮੈਂ ਸੁੱਖ ਸਾਂਦ ਟਪਾ ਦਾਂ, ਉਸ ਤੋਂ ਬਾਅਦ ਕਿਹਦੀ ਸਰਕਾਰ ਆਏਗੀ ਕਿਹਦੀ ਨਹੀਂ ਆਏਗੀ, ਕੀ ਲੈਣਾ ਦੇਣਾ ਹੋਏਗਾ, ਉਹ ਬਾਅਦ ਦੀਆਂ ਗੱਲਾਂ ਨੇ। ਸੋ ਕਹਿਣ ਦਾ ਮਤਲਬ ਹੈ ਇਹਨਾਂ ਚੀਜ਼ਾਂ ਦਾ ਜਵਾਬ ਤਾਂ ਲੋਕਾਂ ਨੂੰ ਦੇਣਾ ਪਊਗਾ ਨਾ। 2022 ਦੀਆਂ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਹੁਣ ਉਤਰਨਾ ਤਾਂ ਫਿਰ ਦੱਸਣਾ ਪਊਗਾ ਨਾ ਕਿ ਤੁਸੀਂ 70 ਸਾਲਾਂ ਮਾਫ ਕਰਨਾ 70 ਦਿਨਾਂ ਦੀ ਜਾਂ ਉਸ ਤੋਂ ਜ਼ਿਆਦਾ ਵੱਧ ਕੇ 3 ਮਹੀਨਿਆਂ ਦੀ ਸਰਕਾਰ ਦੇ ਵਿੱਚ
ਜਿਹੜੇ ਮੁੱਦੇ ਲੈ ਕੇ ਤੁਸੀਂ ਅੱਗੇ ਆਏ ਸੀ, ਚਾਹੇ ਉਹ ਬੇਅਦਬੀਆਂ ਦਾ ਹੋਵੇ, ਚਾਹੇ ਉਹ ਐਸਟੀਐਫ ਦਾ ਹੋਵੇ, ਚਾਹੇ ਉਹ ਵੱਖ-ਵੱਖ ਮਾਫੀਏ ਨੂੰ ਲੈ ਕੇ ਹੋਵੇ। ਖਾਸ ਤੌਰ ਤੇ ਨਾ ਡਾਕਟਰ ਸਾਹਿਬ ਦੋ ਚੀਜ਼ਾਂ ਬੜੀਆਂ ਉੱਠਦੀਆਂ ਸੀ, ਤਿੰਨ। ਇੱਕ ਐਸਟੀਐਫ ਜੀ ਰਿਪੋਰਟ ਦਾ ਮਾਮਲਾ, ਦੂਜਾ ਬੇਅਦਬੀ ਕਾਂਡਾਂ ਦਾ ਮਾਮਲਾ, ਤੀਜਾ ਗੋਲੀ ਕਾਂਡਾਂ ਦਾ ਮਾਮਲਾ। ਇਹਨਾਂ ਦੇ ਜੀ ਵਿੱਚ ਤਿੰਨਾਂ ਦੇ ਉੱਪਰ ਹੀ ਹੁਣ ਜਿਹੜਾ ਕੋਈ ਕਾਰਵਾਈ ਹੁੰਦੀ ਜਿਹੜੀ ਬਹੁਤੀ ਦਿਖਾਈ ਨਹੀਂ ਦੇ ਰਹੀ। ਠੀਕ ਹੈ, ਐਸਟੀਐਫ ਜਾਂਦੀ ਹੈ, ਬਿਆਨ ਲਿਖ ਕੇ ਆ ਜਾਂਦੀ ਹੈ, ਉਹਦੇ ਤੇ ਕੋਈ ਕੋਈ ਠੋਸ ਕਾਰਵਾਈ ਜਿਹੜੀ ਹੋ ਜਾਣੀ ਚਾਹੀਦੀ ਸੀ ਹੁਣ ਤੱਕ। ਜਦੋਂ ਇਹ ਕਹਿੰਦੇ ਸੀ ਕਿ ਭਾਈ ਸਾਨੂੰ ਤਾਂ ਪਤਾ ਹੀ ਹੈ ਕਿ ਗੋਲੀ ਕਾਂਡ ਕਰਵਾਇਆ ਕਿਹਨੇ ਆ, ਸਾਨੂੰ ਤਾਂ ਪਤਾ ਹੀ ਹੈ ਕਿ ਬੇਅਦਬੀ ਕਰਵਾਈ ਕਿਹਨੀ ਹੈ, ਸਾਨੂੰ ਤਾਂ ਪਤਾ ਹੀ ਹੈ ਕਿ ਨਸ਼ਾ ਵਕਾਏ ਕਿਹਨੇ ਆ। ਜੇ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਹੁਣ 70-75 ਦਿਨਾਂ ਦੀ ਸਰਕਾਰ ਹੋ ਗਈ ਹੈ, ਤੇ ਫਿਰ ਡੀਕਦੇ ਕੀ ਹੋ ਤੇ ਫੜਦੇ ਕਿਉਂ ਨਹੀਂ ਫਿਰ ਕਿਸੇ ਨੂੰ? ਤੇ ਇਹਨਾਂ ਮੁੱਦਿਆਂ ਦੇ ਉੱਪਰ ਤਾਂ ਡਾਕਟਰ ਸਾਹਿਬ ਜੇ ਆਪਾਂ ਦੇਖੀਏ, ਮੁੱਖ ਮੰਤਰੀ ਤੋਂ ਪਿਛਲੇ ਕਈ ਦਿਨਾਂ ਤੋਂ ਕੋਈ ਬਿਆਨ ਹੀ ਨਹੀਂ ਸੁਣਿਆ। ਉਹ ਤਾਂ ਬਸ ਇਹ ਗੱਲਾਂ ਕਹਿੰਦੇ ਆ ਕਿ ਮੈਂ ਮੰਜੇ ਵੀ ਪਾਉਣ ਲੈਣਾ, ਮੈਂ ਰਿਕਸ਼ੇ ਵੀ ਚਲਾ ਲੈਣਾ, ਮੈਂ ਪਟਾਕੇ ਵੀ ਵੇਚੇ, ਮੈਂ ਧਾਰਾਂ ਵੀ ਚੋ ਲੈਣਾ, ਮੈਂ ਟੀਕਾ ਵੀ ਲਾ ਲੈਣਾ, ਮੈਂ ਆਹ ਵੀ ਕਰ ਲੈਣਾ, ਮੈਂ ਉਹ ਵੀ ਕਰ ਲੈਣਾ। ਉਹਨਾਂ ਦੇ ਮੂੰਹੋਂ ਸਿਰਫ ਇਹ ਬਿਆਨ ਨੇ। ਉਹ ਇਹ ਨਹੀਂ ਕਹਿੰਦੇ ਕਿ ਮੈਂ ਬੇਅਦਬੀ ਦਾ ਮੁੱਦਾ ਵੀ ਹੱਲ ਕਰ ਲੈਣਾ, ਮੈਂ ਜਿਹੜਾ ਨਸ਼ਿਆਂ ਦਾ ਮੁੱਦਾ ਵੀ ਹੱਲ ਕਰ ਲੈਣਾ, ਮੈਂ ਜਿਹੜਾ ਗੋਲੀ ਕਾਂਡਾਂ ਦਾ ਮਾਮਲਾ ਵੀ ਹੱਲ ਕਰ ਲੈਣਾ ਜਾਂ ਕਰ ਦਊਂਗਾ। ਇਹਨਾਂ ਦਾ ਬਿਆਨ ਨਹੀਂ ਸੁਣਿਆ। ਨਾ ਹੀ ਉਧਰ ਹੁਣ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੁਣਿਆ, ਉਹ ਵੀ ਹੁਣ ਚੁੱਪ ਚਪੀਤੇ ਬੈਠੇ ਨੇ। ਜਦੋਂ ਉਹਨਾਂ ਨੂੰ ਕੋਈ ਪੱਤਰਕਾਰ ਸਵਾਲ ਪੁੱਛਦਾ ਤਾਂ ਚੁੱਪ ਚਪੀਤੇ ਬਹਿ ਬਹਿ ਕੇ ਨਿਕਲ ਜਾਂਦੇ ਨੇ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ 70-75 ਦਿਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਕੰਮ ਮੇਨ ਰੱਖ ਕੇ, ਜਿਹੜੇ ਕੰਮਾਂ ਚਿੱਠੀ ਦੇ ਵਿੱਚ ਲਿਖ ਕੇ ਸੋਨੀਆ ਗਾਂਧੀ ਨੂੰ ਭੇਜਦੇ ਹੁੰਦੇ ਸੀ ਇਹ ਸਾਰੇ ਜਣੇ ਕਿ ਕੈਪਟਨ ਨੂੰ ਲਾਓ, ਇਹਨਾਂ ਤੇ ਕੰਮ ਨਹੀਂ ਹੋ ਰਿਹਾ, ਤੇ ਹੁਣ ਖੁਦ ਵੀ ਨਹੀਂ ਉਹਨਾਂ ਤੇ ਕੰਮ ਕਰ ਰਹੇ, ਖੁਦ ਕਦੋਂ ਕੁਰਸੀ ਛੱਡਣਗੇ ਫਿਰ? ਜੀ ਸੁਖਵਿੰਦਰ ਜੀ, ਕੱਲੇ ਇਹ ਨਹੀਂ ਹੈ, ਚੰਨੀ ਸਾਹਿਬ ਨੇ ਤਾਂ ਇੱਕ ਨਾਰਾ ਵੀ ਦਿੱਤਾ ਸੀਗਾ ਅਨੁਸਾਰ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ। ਸੋ ਹੁਣ ਇਹ ਜਿਹੜੇ ਵੱਡੇ ਸਵਾਲ ਤਾਂ ਇਸ ਵੇਲੇ ਪੰਜਾਬ ਦੇ ਜਿਹੜੇ ਲੋਕ ਨੇ ਇਹੀ ਪੁੱਛ ਰਹੇ ਨੇ ਕਿ ਪੰਜਾਬ ਦੇ ਜਿਹੜੇ ਵੱਡੇ ਮਸਲੇ ਨੇ, ਵੱਡੇ ਸੰਕਟ ਨੇ, ਜਿਹਦੇ ਵਿੱਚ ਖਾਸ ਤੌਰ ਤੇ ਬਰਗਾੜੀ ਕਾਂਡ ਦਾ ਮਸਲਾ ਹੈ, ਜਿਹਦੇ ਵਿੱਚ ਖਾਸ ਤੌਰ ਤੇ ਨਸ਼ਿਆਂ ਦਾ ਇਸ ਸਾਰੇ ਮੁੱਦੇ ਦਾ ਮਸਲਾ ਹੈ, ਔਰ ਇਸ ਸਾਰੀ ਚੀਜ਼ ਨੂੰ ਖੋਲਣ ਦਾ, ਜਨਤਕ ਕਰਨ ਦਾ ਮਸਲਾ ਹੈ। ਇਸੇ ਤਰ੍ਹਾਂ ਕਿਸਾਨੀ ਦੇ ਮਸਲੇ ਹੱਲ ਕਰਨ ਦੀ ਗੱਲ ਹੈ। ਇਸੇ ਤਰ੍ਹਾਂ ਨੌਜਵਾਨ ਜਿਹੜਾ ਸਾਡਾ ਬਾਹਰ ਜਾ ਰਿਹਾ ਹੈ, ਬ੍ਰੇਨ ਡਰੇਨ ਹੋ ਰਿਹਾ ਹੈ, ਉਸ ਨੂੰ ਹੱਲ ਕਰਨ ਦੀ ਗੱਲ ਹੈ। ਯਾਨੀ ਕਿ ਸਾਰੇ ਮੁੱਦੇ ਤਾਂ ਉੱਥੇ ਹੀ ਖੜੇ ਨੇ, ਚਾਹੇ ਉਹ ਅਧਿਆਪਕਾਂ ਦਾ ਮੁੱਦਾ ਹੋਵੇ, ਚਾਹੇ ਉਹ ਮੈਡੀਕਲ ਜਿਹੜੇ ਇਸ ਵੇਲੇ ਸਾਰੇ ਬੈਠੇ ਨੇ ਸੜਕਾਂ ਦੇ ਉੱਤੇ ਜਾਂ ਟੈਂਕੀਆਂ ਤੇ ਚੜੇ ਹੋਏ ਨੇ, ਉਹਨਾਂ ਦੇ ਮਸਲੇ ਹੋਣ। ਵੱਡੇ ਮਸਲੇ ਕਦੋਂ ਹੱਲ ਹੋਏ ਨੇ? ਉਸੇ ਦੇ ਉੱਥੇ ਖੜੇ ਨੇ। ਆਪਾਂ ਕੱਲ ਵੀ ਗੱਲ ਕੀਤੀ ਸੀ, ਚਾਹੇ ਉਹ ਹੁਣ ਰੇਤਾ ਮਾਫੀਆ ਜਿਹੜਾ ਸੀਗਾ ਉਸੇ ਤਰ੍ਹਾਂ ਚੱਲ ਰਿਹਾ ਹੈ। ਔਰ ਕੈਪਟਨ ਸਾਹਿਬ ਨੇ ਕੱਲ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਕਹਿੰਦੇ ਸੀ ਅਸੀਂ ਬੰਦ ਕਰ ਦਾਂਗੇ, ਉਹ ਕਹਿੰਦੇ 2-2.5 ਮਹੀਨਿਆਂ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਸਮੱਸਿਆਵਾਂ ਤਾਂ ਲਗਾਤਾਰ ਵਧੀਆਂ ਨੇ, ਮਸਲੇ ਹੱਲ ਕਿੱਥੇ ਹੋ ਰਹੇ ਨੇ ਇਸ ਵੇਲੇ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਚਾਹੇ ਚੰਨੀ ਸਾਹਿਬ ਦੇਖਣ ਵਾਲੀ ਗੱਲ ਹੈ ਡਾਕਟਰ ਸਾਹਿਬ, ਇਹ ਗੱਲ ਜਿਹੜੀ ਹੈ, ਇਹ ਗੱਲ ਡਾਕਟਰ ਸਾਹਿਬ ਗੱਲ ਇਹ ਵੀ ਹੈਗੀ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਲਈ ਵੀ ਪਰਖ ਦੀ ਘੜੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਸੀਗਾ ਕਿ ਭਾਈ ਜੇ ਐਸਟੀਐਫ ਰਿਪੋਰਟ ਨਾ ਖੋਲੀ ਤਾਂ ਮੈਂ ਦੇਹ ਦਾਅ ਤੇ ਲਾ ਦੂੰਗਾ, ਯਾਨੀ ਕਿ ਮਰਨ ਵਰਤ ਤੇ ਬੈਠ ਜਾਊਂਗਾ। ਤੇ ਹਾਈ ਕੋਰਟ ਨੇ ਸਾਫ਼ ਕਰਤਾ ਕਿ ਸਰਕਾਰ ਨੇ ਜੇ ਕੋਈ ਕਾਰਵਾਈ ਕਰਨੀ ਹੈ, ਜੇ ਰਿਪੋਰਟ ਖੋਲਣੀ ਹੈ ਤਾਂ ਫਿਰ ਖੋਲ ਲਵੇ। ਜੇ ਹੁਣ ਸਰਕਾਰ ਰਿਪੋਰਟ ਨਹੀਂ ਖੋਲਦੀ ਤਾਂ ਦੇਖਣ ਵਾਲੀ ਇਹ ਵੀ ਗੱਲ ਹੈ ਕਿ ਸਿੱਧੂ ਬੈਠਣਗੇ ਕਿੱਦਣ ਫਿਰ ਮਰਨ ਵਰਤ ਤੇ? ਦੇਖੋ, ਸਿੱਧੂ ਸਾਹਿਬ ਨੂੰ ਵੀ ਹੁਣ ਚਾਹੀਦਾ ਹੈ ਕਿ ਉਹ ਵੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਔਰ ਆਪਣਾ ਜੋ ਵਾਅਦਾ ਕੀਤਾ ਸੀ ਉਹਨੂੰ ਨਿਭਾਉਣ। ਔਰ ਦੂਜੀ ਗੱਲ ਇਹ ਹੈ ਕਿ ਸਿੱਧੂ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਦੀ, ਤਾਂ ਪਿਛਲੇ ਯਾਨੀ ਕਿ ਕੱਲ ਜਿਹੜਾ ਹੈਗਾ, ਜਦੋਂ ਕਮੇਟੀਆਂ ਬਣਾਈਆਂ ਗਈਆਂ ਨੇ ਤਾਂ ਸਿੱਧੂ ਸਾਹਿਬ ਦੇ ਉੱਥੇ ਵੀ ਪਰਖ ਉਤਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਈ ਕਮਾਂਡ ਦੇ ਰਾਹੀਂ। ਉਹਨਾਂ ਨੂੰ ਕਿਸੇ ਵੇਲੇ ਤਾਂ ਇਹ ਹੁੰਦਾ ਸੀਗਾ ਕਿ ਜਿਹੜਾ ਪ੍ਰਧਾਨ ਹੁੰਦਾ ਹੈ ਪ੍ਰਦੇਸ਼ ਦਾ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਟਿਕਟਾਂ ਉਹਨਾਂ ਨੇ ਵੰਡਣੀਆਂ ਹੁੰਦੀਆਂ ਨੇ, ਬਹੁਤ ਵੱਡਾ ਰੋਲ ਹੁੰਦਾ ਉਸ ਦਾ। ਪਰ ਇੱਥੇ ਕੀ ਹੈ ਕਿ ਜਿਹੜੀਆਂ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ, ਉੱਥੋਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਸਿੱਧੂ ਸਾਹਿਬ ਦੇ ਕਿਵੇਂ ਨਾ ਕਿਵੇਂ ਪਰ ਜਿਹੜੇ ਨੇ ਉਹ ਕੁਤਰ ਦਿੱਤੇ ਜਾਣ। ਸੋ ਇੱਕ ਪਾਸੇ ਤਾਂ ਇਹ ਕੰਮ ਹੋ ਰਿਹਾ ਹੈ, ਔਰ ਦੂਜੇ ਪਾਸੇ ਇਸ ਵੇਲੇ ਜਿਹੜੇ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਵੀ ਜਿਹੜੇ ਨੇ ਲੋਕ ਪੁੱਛਣਾ ਚਾਹੁੰਦੇ ਨੇ ਕਿ ਭਾਈ ਤੁਸੀਂ ਜੋ ਵਾਅਦਾ ਕੀਤਾ ਸੀਗਾ, ਜੋ ਲੋਕਾਂ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਮੈਂ ਮਰਨ ਵਾਸਤੇ ਬੈਠਾਂਗਾ ਜੇਕਰ ਇਹ ਸਾਰੇ ਮਸਲੇ ਹੱਲ ਨਹੀਂ ਹੁੰਦੇ, ਤਾਂ ਉਹ ਮਸਲਾ ਇਸ ਵੇਲੇ ਕਿੱਥੇ ਨੇ? ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਵੀ ਹੀ ਚਾਹੀਦਾ ਹੈ ਕਿ ਜਾਂ ਤਾਂ ਉਹ ਇਹ ਮਸਲੇ ਹੱਲ ਕਰਾਉਣ ਜਾਂ ਇਹ ਸਾਰੀ ਚੀਜ਼ ਨੂੰ ਜਨਤਕ ਕਰਾਉਣ। ਇਹ ਸਾਰੀਆਂ ਜਿਹੜੀਆਂ ਫਾਈਲਾਂ ਦੱਬੀਆਂ ਪਈਆਂ ਨੇ 4.5 ਸਾਲ, ਪੌਣੇ 5 ਸਾਲਾਂ ਤੋਂ, ਤਾਂ ਇਹਨਾਂ ਨੂੰ ਇਸ ਵੇਲੇ ਖਿਲਾਉਣਾ ਬਣਦਾ ਹੈ। ਸੋ ਨਹੀਂ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਸਿੱਧੂ ਸਾਹਿਬ ਦੇ ਲਈ ਵੀ ਔਖਾ ਹੋਏਗਾ। ਚੰਨੀ ਸਾਹਿਬ ਨੂੰ ਵੀ ਵੱਡੇ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛੇ ਜਾ ਸਕਦੇ ਆ, ਇਸੇ ਤਰ੍ਹਾਂ ਰੰਧਾਵਾ ਸਾਹਿਬ ਨੂੰ ਵੀ ਪੁੱਛੇ ਜਾ ਸਕਦੇ ਆ।
ਔਰ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਨੂੰ ਵੀ ਪੁੱਛੇ ਜਾਣੇ ਸੀਗੇ, ਪਰ ਕੈਪਟਨ ਸਾਹਿਬ ਹੁਣ ਆਪਣਾ ਖਹਿੜਾ ਛੁਡਾ ਚੁੱਕੇ ਨੇ ਕਾਂਗਰਸ ਤੋਂ। ਇਸ ਕਰਕੇ ਕੈਪਟਨ ਸਾਹਿਬ ਦੀ ਬਜਾਏ ਹੁਣ ਸਵਾਲ ਜਿਹੜੇ ਨੇ ਇਹਨਾਂ ਵੱਡੇ ਲੀਡਰਾਂ ਤੋਂ, ਜਿਹੜੇ ਇਸ ਵੇਲੇ ਕਰਤਾ ਧਰਤਾ ਨੇ ਕਾਂਗਰਸ ਦੇ, ਉਹਨਾਂ ਤੋਂ ਹੀ ਪੁੱਛੇ ਜਾਣੇ ਨੇ। ਸੋ ਜਾਂ ਤਾਂ ਉਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜਾਣ, ਨਹੀਂ ਤਾਂ ਫਿਰ 22 ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ, ਮੈਨੂੰ ਲੱਗਦਾ ਹੈ ਕਿ ਕਾਫੀ ਦਿੱਕਤਾਂ ਦਾ ਸਾਹਮਣਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਕਾਂਗਰਸ ਦੇ ਲਈ ਬਿਲਕੁਲ ਜੀ ਜੀ ਸੁਖਵਿੰਦਰ ਜੀ, ਬਿਲਕੁਲ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਿੱਧੂ ਇਸ ਚੀਜ਼ ਨੂੰ ਲੈ ਕੇ ਮਰਨ ਵਰਤ ਤੇ ਬੈਠਣਗੇ, ਕਦੋਂ ਐਸਟੀਐਫ ਰਿਪੋਰਟ ਖਲਵਾਉਣਗੇ ਤੇ ਕਦੋਂ ਜਿਹੜੀ ਆ ਉਹ ਕਾਰਵਾਈ ਹੋਊਗੀ। ਵੈਸੇ ਤਾਂ ਲੱਗਦਾ ਨਹੀਂ ਕਿ ਹੁਣ ਕੋਈ ਕਾਰਵਾਈ ਹੋਊਗੀ, ਕਿਉਂਕਿ ਜਦੋਂ ਤੱਕ ਰਿਪੋਰਟ ਖੁੱਲਣੀ ਹੈ, ਜਦੋਂ ਤੱਕ ਅਫਸਰਾਂ ਦੀ ਕੋਈ ਕਾਰਵਾਈ ਵਾਲੀ ਕਮੇਟੀ ਬਣਾਉਣੀ ਹੈ, ਉਦੋਂ ਤੱਕ ਜਿਹੜਾ ਚੋਣ ਜਾਬਤਾ ਲੱਗ ਜਾਣਾ, ਤੇ ਜੇ ਉਸ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਗਾਤਾਰ ਇਲਜ਼ਾਮ ਲੱਗਣਗੇ ਕਿ ਵੋਟਾਂ ਦੇ ਕਰਕੇ ਸਭ ਕੁਝ ਜਿਹੜਾ ਉਹ ਹੋ ਰਿਹਾ। ਤਾਂ ਅੱਗੇ ਆਪਾਂ ਗੱਲਬਾਤ ਡਾਕਟਰ ਸਾਹਿਬ ਕਰੀਏ। ਅਰਵਿੰਦ ਕੇਜਰੀਵਾਲ ਜਿਹੜੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਆ ਰਹੇ ਨੇ, ਡਾਕਟਰ ਸਾਹਿਬ ਕੀ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਕੋਈ ਨਵੀਂ ਗਰੰਟੀ ਦੇਣ ਆ ਰਹੇ ਨੇ ਜਾਂ ਫਿਰ ਸੀਐਮ ਚਿਹਰਾ ਅਨਾਉਂਸ ਕਰਨ ਆ ਰਹੇ ਨੇ? ਕੀ ਕੁਝ ਕਰਨ ਆ ਰਹੇ ਨੇ ਅਰਵਿੰਦ ਕੇਜਰੀਵਾਲ ਜੀ? ਅੱਜ ਉਹ ਵਿਸ਼ੇਸ਼ ਤੌਰ ਤੇ ਦੁਆਬੇ ਦੇ ਵਿੱਚ ਆ ਰਹੇ ਨੇ, ਗੁਰਦਾਸਪੁਰ ਜਲੰਧਰ ਏਰੀਏ ਦੇ ਵਿੱਚ ਜਾਣਗੇ। ਔਰ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਗੁਰਦਾਸਪੁਰ ਔਰ ਜਲੰਧਰ ਜਾਂ ਦੁਆਬਾ ਜਿਹੜਾ ਹੈਗਾ ਉਹ ਦਲਿਤ ਭਾਈਚਾਰੇ ਦਾ, SC BC ਜਿਹੜੀਆਂ ਪਛੜੀਆਂ ਔਖਾਤੀ ਸਾਡੀਆਂ ਸ਼੍ਰੇਣੀਆਂ ਨੇ, ਉਹਨਾਂ ਦੇ ਵਿੱਚ ਕਾਫੀ ਵੱਡਾ ਵੋਟ ਬੈਂਕ ਆਪਾਂ ਕਹਿ ਸਕਦੇ ਹਾਂ ਕਿ ਇਸ ਏਰੀਏ ਦੇ ਵਿੱਚ ਹੈ। ਸੋ ਦਲਿਤ ਵੋਟ ਨੂੰ ਭਰਮਾਉਣ ਦੇ ਲਈ ਜਾਂ ਉਹਨਾਂ ਦੇ ਲਈ ਨਵੀਂ ਕੋਈ ਨਵਾਂ ਐਲਾਨ ਕਰਨ ਦੇ ਲਈ, ਨਵੀਂ ਗਰੰਟੀ ਦੇਣ ਦੇ ਲਈ ਹੋ ਸਕਦਾ ਹੈ ਕਿ ਅੱਜ ਉਹ ਇਸ ਕੰਮ ਨੂੰ ਕਰਕੇ ਜਾਣ। ਸੋ ਉਮੀਦ ਇਹੀ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਵੱਖ-ਵੱਖ ਜਿਹੜਾ ਵਰਗ ਨੇ ਪੰਜਾਬ ਦੇ, ਜਿਹਦੇ ਵਿੱਚ ਵਪਾਰੀਆਂ ਨੂੰ ਵੀ ਉਹ ਮਿਲੇ ਸੀਗੇ, ਜਿਹਦੇ ਵਿੱਚ ਪਹਿਲਾਂ ਕਿਸਾਨਾਂ ਨੂੰ ਵੀ ਮਿਲ ਚੁੱਕੇ ਨੇ, ਇਸੇ ਤਰ੍ਹਾਂ ਐਜੂਕੇਸ਼ਨ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਜਾਂ ਸਾਡੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਲੈ ਕੇ ਵੱਡੇ ਐਲਾਨ ਹੁਣ ਤੱਕ ਉਹ ਕਰ ਚੁੱਕੇ ਨੇ। ਸੋ ਅਗਲਾ ਜਿਹੜਾ ਐਲਾਨ ਹੋਏਗਾ ਉਹ ਦਲਿਤ ਭਾਈਚਾਰੇ ਨੂੰ ਮੁੱਖ ਰੱਖ ਕੇ ਹੋ ਸਕਦਾ ਹੈ ਕਿ ਉਹ ਅੱਜ ਕੀਤਾ ਜਾਏ। ਸੋ ਜਿਵੇਂ ਤੁਸੀਂ ਦੂਸਰੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਕਿ ਮੁੱਖ ਮੰਤਰੀ ਦਾ ਚਿਹਰਾ ਅੱਜ ਐਲਾਨ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਇਹਦੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਉਹ ਇਸ ਤਰ੍ਹਾਂ ਦਾ ਐਲਾਨ ਨਹੀਂ ਕਰਨਗੇ, ਕਿਉਂਕਿ ਹਜੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਕਿਸੇ ਵੀ ਪਾਰਟੀ ਨੇ ਕਿਤੇ ਨਾ ਕਿਤੇ ਡਰ ਵੀ ਉਹਨਾਂ ਨੂੰ ਸਤਾ ਰਿਹਾ ਹੋਣਾ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਜਤਾਇਆ ਗਿਆ ਕਿ ਭਾਈ ਮੈਨੂੰ ਬੀਜੇਪੀ ਵਾਲੇ ਖਿੱਚ ਰਹੇ ਆ, ਦੇਖ ਲਓ ਜੇ ਤੁਸੀਂ ਮੈਨੂੰ ਅਨਾਉਂਸ ਕਰਨਾ ਤਾਂ ਠੀਕ ਆ, ਤੇ ਬੀਜੇਪੀ ਵਾਲੇ ਦੇਖ ਲਓ ਮੇਰੀ ਕਿੰਨੀ ਕਦਰ ਕਰ ਰਹੇ ਆ। ਕਿਤੇ ਨਾ ਕਿਤੇ ਉਹ ਵੀ ਡਰ ਸਤਾ ਰਿਹਾ ਹੋਣਾ, ਕਿਤੇ ਨਾ ਕਿਤੇ ਉਸ ਮਾਮਲੇ ਤੇ ਵੀ ਭਰੋਸਾ ਦੇਣ ਦੀ ਕੋਸ਼ਿਸ਼ ਕਰਨਗੇ ਭਗਵੰਤ ਮਾਨ ਨੂੰ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਭਰੋਸਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਭਾਈ ਤੁਸੀਂ ਆਮ ਆਦਮੀ ਪਾਰਟੀ ਤੇ ਭਰੋਸਾ ਬਣਾ ਕੇ ਰੱਖੋ। ਜੀ ਹਾਂ, ਬਿਲਕੁਲ। ਦੇਖੋ, ਭਰੋਸਾ ਵੀ ਦੇਣ ਦੀ ਕੋਸ਼ਿਸ਼ ਤਾਂ ਕਰਨਗੇ, ਪਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਪ੍ਰਭਾਵ ਥੱਲੇ ਆ ਕੇ ਕੋਈ ਅੱਜ ਨਵੀਂ ਅਨਾਉਂਸਮੈਂਟ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਕੋਈ ਸੰਭਾਵਨਾਵਾਂ ਫਿਲਹਾਲ ਨਜ਼ਰ ਨਹੀਂ ਆਉਂਦੀਆਂ। ਹਾਂ, ਜਦੋਂ ਖਾਸ ਤੌਰ ਤੇ ਜਦੋਂ ਚੋਣਾਂ ਦਾ ਐਲਾਨ ਹੋਏਗਾ, ਉਸ ਐਲਾਨ ਤੋਂ ਬਾਅਦ ਇਹ ਜ਼ਰੂਰ ਸੰਭਾਵਨਾਵਾਂ ਬਣ ਸਕਦੀਆਂ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਨਾਉਂਸਮੈਂਟ ਉਹਦੀ ਕਰ ਦੇਵੇ। ਇਦਾਂ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗਦੀਆਂ ਨੇ। ਪਰ ਅੱਜ ਆਪਾਂ ਕਹਿ ਸਕਦੇ ਹਾਂ, ਅੱਜ ਸਿਰਫ ਤੇ ਸਿਰਫ ਕਿਉਂਕਿ ਇੱਕੋ ਦਿਨ ਲਈ ਆਏ ਨੇ ਔਰ ਖਾਸ ਤੌਰ ਤੇ ਦੁਆਬੇ ਦੇ ਵਿੱਚ ਆਏ ਨੇ, ਔਰ ਦੁਆਬੇ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਸਾਡਾ ਦਲਿਤ ਭਾਈਚਾਰਾ ਹੈ, ਸਾਡੀਆਂ ਪਛੜੀਆਂ ਸ਼੍ਰੇਣੀਆਂ ਨੇ, ਉਹਨਾਂ ਨੂੰ ਲੈ ਕੇ ਕੋਈ ਵੱਡੇ ਐਲਾਨ ਜਿਹੜੇ ਨੇ ਹੋ ਸਕਦੇ ਨੇ। ਕਿਉਂਕਿ ਕੱਲ ਵੀ ਜਿਹੜਾ ਹੈਗਾ ਡਾਕਟਰ ਅੰਬੇਦਕਰ ਹੋਰਾਂ ਦੀ ਬਰਸੀ ਮਨਾਈ ਗਈ ਸੀਗੀ, ਉਹਨਾਂ ਦੇ ਬਾਰੇ ਵੀ ਉਹਨਾਂ ਦਾ ਬਿਆਨ ਆਇਆ ਸੀਗਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਬਿਆਨ ਹੋ ਸਕਦਾ ਹੈ ਕਿ ਅੱਜ ਦਲਿਤ ਭਾਈਚਾਰੇ ਨੂੰ ਕੋਈ ਵੱਡੀਆਂ ਜਿਹੜੀਆਂ ਨੇ ਗਰੰਟੀਆਂ ਦਿੱਤੀਆਂ ਜਾ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਕਿਉਂਕਿ ਹਰ ਪਾਰਟੀ ਜਿਹੜੀ ਹੈਗੀ ਹੈ ਇਸ ਭਾਈਚਾਰੇ ਨੂੰ, ਆਪਾਂ ਨੂੰ ਵੀ ਪਤਾ ਹੈ ਕਿ ਇਹਦੇ ਉੱਤੇ ਪੋਲਿਟਿਕਸ ਲਗਾਤਾਰ ਹੁੰਦੀ ਰਹੀ ਹੈ, ਆਜ਼ਾਦੀ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਔਰ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਇਤਿਹਾਸ ਅਸੀਂ ਦੇਖਦੇ ਹਾਂ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਪਹਿਲਾਂ ਅਕਾਲੀ ਦਲ ਆਪਣੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਾਂ ਹੋਰ ਚਾਹੇ ਛੋਟੀਆਂ ਪਾਰਟੀਆਂ ਨੇ, ਚਾਹੇ ਬਸਪਾ ਹੈ, ਲਗਾਤਾਰ ਇਸ ਵਰਗ ਨੂੰ ਲੈ ਕੇ ਰਾਜਨੀਤੀ ਹੁੰਦੀ ਰਹੀ ਹੈ। ਸੋ ਰਾਜਨੀਤੀ ਵੀ ਇਸ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁੰਦੀ ਰਹੇਗੀ। ਔਰ ਅੱਜ ਵੀ ਇਹ ਜਿਹੜੀ ਰਾਜਨੀਤੀ ਦਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਐਲਾਨ ਹੋ ਸਕਦਾ ਹੈ ਕੇਜਰੀਵਾਲ ਜੀ ਦੇ ਰਾਹੀਂ ਦਲਿਤ ਭਾਈਚਾਰੇ ਨੂੰ ਲੈ ਕੇ। ਸੁਖਵਿੰਦਰ ਜੀ, ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ।